YouTube ਚੈਨਲ ਸਾਇੰਸ ਇਨ ਪੰਜਾਬੀ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਦੇ ਵਿੱਚ ਵੈਲੈਂਸੀ, ਵੇਰੀਏਬਲ ਵੈਲੈਂਸੀ ਅਤੇ ਵੈਲੈਂਸੀਜ਼ ਆਫ ਰੈਡੀਕਲਸ ਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਵੇਗੀ। ਵੈਲੈਂਸੀ ਦੀ ਡੈਫੀਨੇਸ਼ਨ ਹੁੰਦੀ ਹੈ ਕਿ ਇਟ ਇਜ਼ ਦੀ ਕੰਬਾਈਨਿੰਗ ਕਪੈਸਿਟੀ ਆਫ ਐਨ ਐਲੀਮੈਂਟ। ਕੰਬਾਈਨਿੰਗ ਕਪੈਸਿਟੀ ਆਫ ਐਲੀਮੈਂਟ ਦਾ ਮਤਲਬ ਇੱਕ ਐਲੀਮੈਂਟ ਦਾ ਕਿਸੇ ਹੋਰ ਐਲੀਮੈਂਟ ਦੇ ਨਾਲ ਕੰਬਾਈਨ ਕਰਨ ਦੀ ਕਪੈਸਿਟੀ, ਤੇ ਇਹਨੂੰ ਡਿਫਾਈਨ ਕੀਤਾ ਜਾਂਦਾ ਹੈ ਜਾਂ ਹਾਈਡਰੋਜਨ ਦੇ ਹਿਸਾਬ ਨਾਲ ਤੇ ਜਾਂ ਫਿਰ ਆਕਸੀਜਨ ਦੇ ਹਿਸਾਬ ਨਾਲ। ਹਾਈਡਰੋਜਨ ਦੇ ਹਿਸਾਬ ਨਾਲ ਕੰਬਾਈਨ ਕਰਨ ਦੀ ਕਪੈਸਿਟੀ ਡਿਫਾਈਨ ਕਰਨ ਦੇ ਲਈ ਡੈਫੀਨੇਸ਼ਨ ਹੈ ਇਟ ਇਜ਼ ਦੀ ਨੰਬਰ ਆਫ ਹਾਈਡਰੋਜਨ ਐਟਮਸ ਵਿਚ ਕੰਬਾਈਨ ਵਿਦ ਵਨ ਐਟਮ ਆਫ ਦੀ ਐਲੀਮੈਂਟ। ਜਿਸ ਐਲੀਮੈਂਟ ਦੀ ਅਸੀਂ ਵੈਲੈਂਸੀ ਫਾਈਂਡ ਆਊਟ ਕਰਨੀ ਹੈ, ਅਸੀਂ ਇਹ ਦੇਖਾਂਗੇ ਕਿ ਉਹਦੇ ਨਾਲ ਕਿੰਨੇ ਹਾਈਡਰੋਜਨ ਐਟਮਸ ਕੰਬਾਈਨ ਹੁੰਦੇ ਨੇ। ਇਸੇ ਤਰ੍ਹਾਂ ਜੇ ਆਕਸੀਜਨ ਦੇ ਅਕੋਰਡਿੰਗਲੀ ਅਸੀਂ ਡਿਫਾਈਨ ਕਰਨਾ ਹੋਵੇ ਵੈਲੈਂਸੀ ਨੂੰ, ਤਾਂ ਅਸੀਂ ਕਹਾਂਗੇ ਕਿ ਇਟ ਇਜ਼ ਟਵਾਈਸ ਦੀ ਨੰਬਰ ਆਫ ਆਕਸੀਜਨ ਐਟਮਸ ਵਿਚ ਕੰਬਾਈਨ ਵਿਦ ਵਨ ਐਟਮ ਆਫ ਦੀ ਐਲੀਮੈਂਟ। ਹਾਈਡਰੋਜਨ ਵਾਲੇ ਕੇਸ ਦੇ ਵਿੱਚ ਜਿੰਨੇ ਹਾਈਡਰੋਜਨ ਐਲੀਮੈਂਟ ਦੇ ਨਾਲ ਕੰਬਾਈਨ ਕਰਨਗੇ ਉਨੀ ਹੀ ਵੈਲੈਂਸੀ ਹੋਏਗੀ, ਪਰ ਆਕਸੀਜਨ ਦੇ ਕੇਸ ਦੇ ਵਿੱਚ ਜਿੰਨੇ ਆਕਸੀਜਨ ਐਲੀਮੈਂਟ ਨਾਲ ਕੰਬਾਈਨ ਕਰਦੇ ਨੇ ਉਹਦੇ ਨਾਲੋਂ ਡਬਲ ਨੰਬਰ ਉਹ ਜਿਹੜਾ ਹੈ ਵੈਲੈਂਸੀ ਹੋਏਗਾ। ਐਗਜ਼ਾਮਪਲ ਜਿਵੇਂ HBr ਨੂੰ ਅਸੀਂ ਹਾਈਡਰੋਬਰੋਮਿਕ ਐਸਿਡ ਕਹਿ ਦਿੰਦੇ ਹਾਂ। HBr ਦੇ ਵਿੱਚ 1 ਐਟਮ, ਇਹਦੇ ਵਿੱਚ ਇੱਕ ਜਿਹੜਾ ਬਰੋਮੀਨ ਐਟਮ ਹੈ ਕੰਬਾਈਨ ਕਰਦਾ ਵਿਦ 1 ਹਾਈਡਰੋਜਨ ਐਟਮ, ਇੱਕ ਹਾਈਡਰੋਜਨ ਦੇ ਨਾਲ ਕੰਬਾਈਨ ਕਰਦਾ ਇੱਕ Br। ਦੇਅਰਫੋਰ ਵੈਲੈਂਸੀ ਆਫ Br ਇਜ਼ ਇਕੁਅਲ ਟੂ 1। ਜਿੰਨੇ ਹਾਈਡਰੋਜਨ ਕੰਬਾਈਨ ਕੀਤੇ Br ਦੇ ਨਾਲ ਉਹਦੇ ਇਕੁਅਲ ਵੈਲੈਂਸੀ ਹਾਈਡਰੋਜਨ ਦੀ ਡੈਫੀਨੇਸ਼ਨ ਦੇ ਵੈਲੈਂਸੀ ਦੀ ਡੈਫੀਨੇਸ਼ਨ ਦੇ ਹਿਸਾਬ ਨਾਲ। ਦੇਅਰਫੋਰ ਵੈਲੈਂਸੀ ਆਫ Br ਇਜ਼ ਇਕੁਅਲ ਟੂ 1, ਇਸ ਕਰਕੇ Br ਦੀ ਵੈਲੈਂਸੀ 1। ਹੁਣ H2S, ਜਿਹੜਾ H2S ਹੈ ਇਸ ਦੇ ਵਿੱਚ ਅਸੀਂ ਹੁਣ ਸਲਫਰ ਦੀ ਵੈਲੈਂਸੀ ਦੇਖਾਂਗੇ ਕਿੰਨੀ ਹੈ। ਇਸ ਫਾਰਮੂਲੇ 'ਚ ਅਸੀਂ ਦੇਖ ਸਕਦੇ ਹਾਂ ਵੀ 2 ਹਾਈਡਰੋਜਨ ਕੰਬਾਈਨ ਹੋਏ ਨੇ ਸਲਫਰ ਦੇ ਨਾਲ, ਇਸ ਕਰਕੇ ਜਿੰਨੇ ਹਾਈਡਰੋਜਨ ਕੰਬਾਈਨ ਹੋਏ ਉਨੀ ਹੀ ਵੈਲੈਂਸੀ ਹੋਏਗੀ ਸਲਫਰ ਦੀ। ਸੋ in H2S 1 sulfur atom combines with 2 hydrogen atoms. Therefore valency of sulfur is equal to 2, ਕਿਉਂਕਿ ਇੱਕ ਸਲਫਰ ਐਟਮ ਦੇ ਨਾਲ 2 ਹਾਈਡਰੋਜਨ ਕੰਬਾਈਨ ਕੀਤੇ, ਇਸ ਕਰਕੇ ਸਲਫਰ ਦੀ ਵੈਲੈਂਸੀ ਹੋ ਗਈ 2। ਮਤਲਬ ਜਿੰਨੇ ਹਾਈਡਰੋਜਨ ਕੰਬਾਈਨ ਕੀਤੇ ਉਨੀ ਵੈਲੈਂਸੀ। ਅਗਲੀ ਐਗਜ਼ਾਮਪਲ ਹੈ NH3, ਜਿਹਨੂੰ ਕਿ ਅਸੀਂ ਅਮੋਨੀਆ ਵੀ ਕਹਿ ਦਿੰਦੇ ਹਾਂ। ਅਮੋਨੀਆ ਦੇ ਵਿੱਚ ਇੱਕ ਨਾਈਟ੍ਰੋਜਨ ਐਟਮ ਕੰਬਾਈਨ ਕਰਦਾ ਹੈ 3 ਹਾਈਡਰੋਜਨ ਐਟਮਸ ਦੇ ਨਾਲ। ਕਿਉਂਕਿ 3 ਹਾਈਡਰੋਜਨ ਐਟਮਸ ਦੇ ਨਾਲ ਕੰਬਾਈਨ ਕਰਦਾ, ਇਸ ਕਰਕੇ ਨਾਈਟ੍ਰੋਜਨ ਦੀ ਵੈਲੈਂਸੀ 3 ਹੁੰਦੀ ਹੈ ਅਮੋਨੀਆ ਦੇ ਵਿੱਚ, NH3 ਦੇ ਵਿੱਚ। ਅਗਲੀ ਐਗਜ਼ਾਮਪਲ CH4, ਜਿਸ ਨੂੰ ਮਿਥੇਨ ਕਿਹਾ ਜਾਂਦਾ ਹੈ। ਇਨ CH4 1 ਕਾਰਬਨ ਐਟਮ ਕੰਬਾਈਨਸ ਵਿਦ 4 ਹਾਈਡਰੋਜਨ ਐਟਮਸ। ਇੱਕ ਕਾਰਬਨ ਐਟਮ 4 ਹਾਈਡਰੋਜਨ ਐਟਮਸ ਦੇ ਨਾਲ ਕੰਬਾਈਨ ਕਰਦਾ ਹੈ। ਕਿਉਂਕਿ 4 ਹਾਈਡਰੋਜਨ ਐਟਮਸ ਦੇ ਨਾਲ ਕੰਬਾਈਨ ਕਰਦਾ, ਇਸ ਲਈ ਕਾਰਬਨ ਦੀ ਵੈਲੈਂਸੀ CH4 ਦੇ ਵਿੱਚ 4। ਇਸੇ ਤਰ੍ਹਾਂ ਹੁਣ ਆਕਸੀਜਨ ਵਾਲੇ ਜਿਹੜੇ ਕੰਪਾਊਂਡਸ ਨੇ ਉਹਨਾਂ ਦੀ ਐਗਜ਼ਾਮਪਲ ਵੀ ਅਸੀਂ ਲੈ ਸਕਦੇ ਹਾਂ। ਪਹਿਲੀ ਐਗਜ਼ਾਮਪਲ ਹੈ CuO, ਕਾਪਰ ਦਾ ਆਕਸਾਈਡ। ਇਹਦੇ ਵਿੱਚ ਇੱਕ ਕਾਪਰ ਐਟਮ ਇੱਕ ਆਕਸੀਜਨ ਐਟਮ ਦੇ ਨਾਲ ਕੰਬਾਈਨ ਕਰਦਾ ਹੈ। ਜਿੰਨੇ ਆਕਸੀਜਨ ਦੇ ਨਾਲ ਕੰਬਾਈਨ ਹੋਇਆ, ਇੱਕ ਆਕਸੀਜਨ ਨਾਲ ਕੰਬਾਈਨ ਹੋਇਆ ਤਾਂ ਉਸ ਤੋਂ ਡਬਲ। ਇਹਦਾ ਮਤਲਬ ਇੱਕ ਨੂੰ ਅਸੀਂ 2 ਨਾਲ ਗੁਣਾ ਕਰਾਂਗੇ ਟੂ ਫਾਈਂਡ ਆਊਟ ਦੀ ਵੈਲੈਂਸੀ ਆਫ ਕਾਪਰ। ਇਸ ਕਰਕੇ ਕਾਪਰ ਦੀ ਵੈਲੈਂਸੀ 2 ਗੁਣਾ ਜਿੰਨੇ ਆਕਸੀਜਨ ਦੇ ਨਾਲ ਕਾਪਰ ਕੰਬਾਈਨ ਕੀਤਾ। ਇੱਕ ਆਕਸੀਜਨ ਨਾਲ ਕੰਬਾਈਨ ਕੀਤਾ, ਇਸ ਕਰਕੇ 2 ਗੁਣਾ 1 ਵੈਲੈਂਸੀ ਕਾਪਰ ਦੀ CuO ਦੇ ਵਿੱਚ ਹੁੰਦੀ ਹੈ 2। ਇਸੇ ਤਰ੍ਹਾਂ ਕਾਰਬਨ ਡਾਈਆਕਸਾਈਡ ਦੀ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ CO2, ਜਿਸ ਦਾ ਫਾਰਮੂਲਾ ਹੈ। CO2 ਦੇ ਵਿੱਚ ਜਾਂ ਕਾਰਬਨ ਡਾਈਆਕਸਾਈਡ ਦੇ ਵਿੱਚ ਇੱਕ ਕਾਰਬਨ ਐਟਮ 2 ਆਕਸੀਜਨ ਐਟਮਸ ਦੇ ਨਾਲ ਕੰਬਾਈਨ ਕਰਦਾ, ਅਤੇ ਵੈਲੈਂਸੀ ਕਾਰਬਨ ਦੀ ਫਿਰ ਫਾਈਂਡ ਆਊਟ ਕਰਨ ਲਈ ਅਸੀਂ 2 ਨੂੰ ਗੁਣਾ ਕਰਾਂਗੇ ਉਨੇ ਨੰਬਰ ਦੇ ਨਾਲ ਜਿੰਨੇ ਆਕਸੀਜਨ ਇਸ ਫਾਰਮੂਲੇ 'ਚ ਪ੍ਰੈਜ਼ੈਂਟ ਨੇ। ਮਤਲਬ ਕਾਰਬਨ 2 ਆਕਸੀਜਨ ਦੇ ਨਾਲ ਜੁਆਇਨ ਹੋਇਆ, ਇਸ ਕਰਕੇ ਅਸੀਂ 2 ਨੂੰ 2 ਨਾਲ ਮਲਟੀਪਲਾਈ ਕੀਤਾ ਅਤੇ ਵੈਲੈਂਸੀ ਆਫ ਕਾਰਬਨ ਸਾਡੇ ਕੋਲ ਆ ਗਿਆ 4।
नेक्स्ट है वेरिएबल वैलेंसी। Certain elements combine with oxygen to form more than one oxides. Such elements have valencies more than one and are said to have variable valency. ਇਹਦਾ ਮਤਲਬ ਹੈ ਕਿ ਕੁਝ ਐਲੀਮੈਂਟਸ ਉਹ ਆਕਸੀਜਨ ਨਾਲ ਜਦੋਂ ਕੰਬਾਈਨ ਕਰਦੇ ਨੇ ਤਾਂ ਇੱਕ ਤੋਂ ਵੱਧ ਕਿਸਮ ਦੇ ਆਕਸਾਈਡਸ ਬਣਦੇ ਨੇ। ਆਕਸੀਜਨ ਨਾਲ ਕੰਬਾਈਨ ਕਰਕੇ ਇੱਕ ਤੋਂ ਵੱਧ ਕਿਸਮ ਦੇ ਆਕਸਾਈਡ ਜਿਹੜੇ ਐਲੀਮੈਂਟਸ ਬਣਾਉਣ, ਉਹਨਾਂ ਐਲੀਮੈਂਟਸ ਦੀ ਵੈਲੈਂਸੀਜ਼ ਜਿਹੜੀਆਂ ਨੇ ਉਹ ਇੱਕ ਤੋਂ ਵੱਧ ਕਿਸਮ ਦੀਆਂ ਹੁੰਦੀਆਂ ਨੇ, ਅਤੇ ਇੱਕ ਤੋਂ ਵੱਧ ਕਿਸਮ ਦੀ ਵੈਲੈਂਸੀ ਹੋਣ ਨੂੰ ਵੇਰੀਏਬਲ ਵੈਲੈਂਸੀ ਕਿਹਾ ਜਾਂਦਾ ਹੈ। ਜਿਵੇਂ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ ਕਾਪਰ ਦੇ ਕੰਪਾਊਂਡਸ ਦੀ ਅਤੇ ਆਇਰਨ ਦੇ ਕੰਪਾਊਂਡਸ ਦੀ। ਪਹਿਲੀ ਐਗਜ਼ਾਮਪਲ ਅਸੀਂ ਕਾਪਰ ਦੇ ਕੰਪਾਊਂਡਸ ਦੀ ਲੈ ਸਕਦੇ ਹਾਂ। ਕਾਪਰ ਸ਼ੋਜ਼ ਵੇਰੀਏਬਲ ਵੈਲੈਂਸੀਜ਼ ਆਫ 1 ਐਂਡ 2। ਕਾਪਰ ਦੋ ਤਰ੍ਹਾਂ ਦੀਆਂ ਵੈਲੈਂਸੀ ਸ਼ੋਅ ਕਰਦਾ ਹੈ। ਕੁਝ ਕੰਪਾਊਂਡਸ ਦੇ ਵਿੱਚ, ਕੁਝ ਆਕਸਾਈਡਸ ਦੇ ਵਿੱਚ ਇਹਦੀ ਵੈਲੈਂਸੀ 1 ਹੁੰਦੀ ਹੈ ਅਤੇ ਕਿਸੇ ਕਿਸੇ ਦੇ ਵਿੱਚ 2 ਵੀ ਹੁੰਦੀ ਹੈ। ਜਿਵੇਂ ਕਿਊਪਰਸ ਆਕਸਾਈਡ, ਜਿਹਦਾ ਫਾਰਮੂਲਾ ਹੈ Cu2O, ਕਿਊਪਰਸ ਆਕਸਾਈਡ, ਇਹਦੇ ਵਿੱਚ ਕਾਪਰ ਦੀ ਵੈਲੈਂਸੀ 1 ਹੁੰਦੀ ਹੈ। ਅਤੇ ਜੇ ਕਾਪਰ ਦੇ ਆਕਸਾਈਡ ਦਾ ਫਾਰਮੂਲਾ ਹੋਵੇ CuO, ਜਿਹਦਾ ਨਾਮ ਹੁੰਦਾ ਹੈ ਕਿਊਪਰਿਕ ਆਕਸਾਈਡ, ਫਿਰ ਇਹਦੇ ਵਿੱਚ ਕਾਪਰ ਦੀ ਵੈਲੈਂਸੀ 2 ਹੁੰਦੀ ਹੈ। ਆਇਰਨ ਦੇ ਵਿੱਚ ਵੀ ਇਸ ਤਰ੍ਹਾਂ ਵੇਰੀਏਬਲ ਵੈਲੈਂਸੀ ਦੇਖਣ ਨੂੰ ਮਿਲਦੀ ਹੈ। ਆਇਰਨ ਸ਼ੋਜ਼ ਵੇਰੀਏਬਲ ਵੈਲੈਂਸੀਜ਼ ਆਫ 2 ਐਂਡ 3। ਆਇਰਨ ਦਾ ਜਿਹੜੀ ਵੈਲੈਂਸੀ ਹੈ 2 ਹੁੰਦੀ ਹੈ ਜੇ ਫਾਰਮੂਲਾ ਹੋਵੇ FeO, ਮਤਲਬ ਫੈਰਸ ਆਕਸਾਈਡ। ਉਸ ਦੇ ਵਿੱਚ ਆਇਰਨ ਦੀ ਵੈਲੈਂਸੀ 2 ਹੁੰਦੀ ਹੈ। ਅਤੇ ਜੇ ਫਾਰਮੂਲਾ ਹੋਵੇ ਆਇਰਨ ਦੇ ਆਕਸਾਈਡ ਦਾ Fe2O3, ਜਿਹਦਾ ਨਾਮ ਹੁੰਦਾ ਫੈਰਿਕ ਆਕਸਾਈਡ, ਤਾਂ ਇਹਦੀ ਵੈਲੈਂਸੀ ਜਿਹੜੀ ਹੈ ਆਇਰਨ ਦੀ ਇਸ ਫਾਰਮੂਲੇ ਦੇ ਵਿੱਚ ਫਿਰ 3 ਹੁੰਦੀ ਹੈ। ਹੁਣ ਇਹ ਜਿਹੜੀਆਂ 2 ਅਸੀਂ ਐਗਜ਼ਾਮਪਲਸ ਕਾਪਰ ਅਤੇ ਆਇਰਨ ਦੀਆਂ ਉੱਪਰ ਦੇਖੀਆਂ ਨੇ, ਇਹਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਲੋਅਰ ਵੈਲੈਂਸੀ ਜਿਹੜੀ ਹੁੰਦੀ ਹੈ ਉਸ ਕੇਸ ਦੇ ਵਿੱਚ ਮੈਟਲ ਦੇ ਨਾਮ ਦੇ ਐਂਡ ਵਿੱਚ OUS ਲਿਖਿਆ ਹੁੰਦਾ ਹੈ। ਲੋਅਰ ਵੈਲੈਂਸੀ ਮਤਲਬ ਕਾਪਰ ਦੀਆਂ 2 ਵੈਲੈਂਸੀਜ਼ ਨੇ, 1 ਅਤੇ 2। ਇਹਨਾਂ 2 ਦੇ ਵਿੱਚੋਂ ਲੋਅਰ ਵੈਲੈਂਸੀ ਹੋ ਗਈ 1, 2 ਹੋ ਗਈ ਹਾਇਰ ਵੈਲੈਂਸੀ। ਆਇਰਨ ਦੇ ਜਾਂ 2 ਵੈਲੈਂਸੀਜ਼, 1 2 ਅਤੇ 1 3। ਇਹਨਾਂ ਦੋਵਾਂ ਦੇ ਵਿੱਚੋਂ ਜਿਹੜੀ ਛੋਟੀ ਹੈ ਉਹਨੂੰ ਅਸੀਂ ਕਹਾਂਗੇ ਲੋਅਰ ਵੈਲੈਂਸੀ। 2 ਜਿਹੜਾ ਹੈ ਉਹ ਲੋਅਰ ਵੈਲੈਂਸੀ। ਲੋਅਰ ਵੈਲੈਂਸੀ ਜਿੱਥੇ ਵੀ ਹੋਵੇ ਉੱਥੇ ਅਸੀਂ ਮੈਟਲ ਦੇ ਨਾਮ ਦੇ ਨਾਲ OUS ਲਿਖਿਆ ਹੋਇਆ ਦੇਖਾਂਗੇ। ਕਾਪਰ ਲੋਅਰ ਵੈਲੈਂਸੀ, ਐਂਡ ਦੇ ਵਿੱਚ ਲਿਖਿਆ ਹੋਇਆ OUS। ਅਤੇ ਫॉर ਹਾਇਰ ਵੈਲੈਂਸੀ ਨੇਮ ਆਫ ਦੀ ਮੈਟਲ ਐਂਡਸ ਵਿਦ IC। ਹਾਇਰ ਵੈਲੈਂਸੀ, ਹੁਣ ਕਾਪਰ ਦੇ ਕੇਸ ਦੇ ਵਿੱਚ ਹਾਇਰ ਵੈਲੈਂਸੀ ਹੈ 2, ਆਇਰਨ ਦੇ ਕੇਸ ਦੇ ਵਿੱਚ ਹਾਇਰ ਵੈਲੈਂਸੀ ਹੈ 3। ਇਸ ਕਰਕੇ ਹਾਇਰ ਵੈਲੈਂਸੀ ਵਾਲਾ ਕੰਪਾਊਂਡ ਹੈ ਜਿਹੜਾ, ਉਹਦਾ ਨਾਮ ਜਦੋਂ ਲਿਖਣਾ ਹੈ ਤਾਂ ਉਹਦੇ ਵਿੱਚ ਐਂਡ ਦੇ ਵਿੱਚ ਮੈਟਲ ਦੇ ਨਾਮ ਦੇ ਨਾਲ ਲਿਖਿਆ ਜਾਂਦਾ I ਅਤੇ C। ਇੱਥੇ ਵੀ ਲਿਖਿਆ ਹੋਇਆ I ਅਤੇ C। ਨੈਕਸਟ ਹੈ ਵੈਲੈਂਸੀਜ਼ ਆਫ ਰੈਡੀਕਲਸ। ਨੰਬਰ ਆਫ ਚਾਰਜਿਸ ਓਵਰ ਦੀ ਰੈਡੀਕਲ ਇਜ਼ ਕਾਲਡ ਵੈਲੈਂਸੀ ਆਫ ਦੀ ਰੈਡੀਕਲ। ਕਿਸੇ ਰੈਡੀਕਲ ਦੇ ਉੱਤੇ ਜਿੰਨਾ ਚਾਰਜ ਹੁੰਦਾ ਉਹਨੂੰ ਫਿਰ ਰੈਡੀਕਲ ਦੀ ਵੈਲੈਂਸੀ ਕਹਿ ਦਿੱਤਾ ਜਾਂਦਾ ਹੈ। ਇਫ ਪੋਜ਼ੀਟਿਵ ਚਾਰਜ ਔਨ ਦਾ ਰੈਡੀਕਲ ਦੈਨ ਇਟ ਇਜ਼ ਕਾਲਡ ਇਲੈਕਟ੍ਰੋ ਪੋਜ਼ੀਟਿਵ ਔਰ ਬੇਸਿਕ ਰੈਡੀਕਲ। ਜੇ ਰੈਡੀਕਲ ਦੇ ਉੱਤੇ ਪੋਜ਼ੀਟਿਵ ਚਾਰਜ ਹੋਵੇ ਫਿਰ ਉਹਨੂੰ ਬੇਸਿਕ ਰੈਡੀਕਲ ਜਾਂ ਇਲੈਕਟ੍ਰੋ ਪੋਜ਼ੀਟਿਵ ਰੈਡੀਕਲ ਕਹਿ ਦਿੱਤਾ ਜਾਂਦਾ ਹੈ। ਅਤੇ ਜੇ ਉਹਦੇ ਉੱਪਰ ਨੈਗੇਟਿਵ ਚਾਰਜ ਹੋਵੇ, ਇਫ ਦੇਅਰ ਇਜ਼ ਨੈਗੇਟਿਵ ਚਾਰਜ ਔਨ ਦਾ ਰੈਡੀਕਲ, ਫਿਰ ਉਹਦਾ ਨਾਮ ਹੁੰਦਾ ਹੈ ਇਲੈਕਟ੍ਰੋਨੈਗੇਟਿਵ ਰੈਡੀਕਲ ਜਾਂ ਐਸਿਡ ਰੈਡੀਕਲ। ਇਹਦੀਆਂ ਐਗਜ਼ਾਮਪਲਸ ਅਸੀਂ ਦੇਖ ਸਕਦੇ ਹਾਂ ਵੀ ਜੇ ਰੈਡੀਕਲ ਦੇ ਉੱਤੇ ਸਿਰਫ ਇੱਕ ਚਾਰਜ ਹੋਵੇ, ਚਾਹੇ ਪਲੱਸ ਦਾ ਹੋਵੇ ਚਾਹੇ ਮਾਈਨਸ ਦਾ, ਫਿਰ ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਕਿਹੜੇ ਰੈਡੀਕਲ ਨੇ? ਮੋਨੋਵੇਲੈਂਟ ਰੈਡੀਕਲ। ਮੋਨੋ ਦਾ ਮਤਲਬ ਹੁੰਦਾ ਇੱਕ। ਮੋਨੋਵੇਲੈਂਟ ਰੈਡੀਕਲ ਦੇ ਉੱਪਰ ਇੱਕ ਚਾਰਜ ਹੋਏਗਾ। ਜੇ ਇੱਕ ਪਲੱਸ ਵਾਲਾ ਚਾਰਜ ਹੋਏ ਤਾਂ ਉਹਨਾਂ ਨੂੰ ਅਸੀਂ ਕਹਾਂਗੇ ਵੀ ਇਹ ਬੇਸਿਕ ਰੈਡੀਕਲ ਹੈ। ਕਿਸ ਕਿਸਮ ਦਾ? ਮੋਨੋਵੇਲੈਂਟ। ਐਗਜ਼ਾਮਪਲ ਹੈ ਜਿਵੇਂ H ਦੇ ਉੱਤੇ ਪਲੱਸ ਇੱਕ ਚਾਰਜ ਹੋ ਸਕਦਾ ਹੈ, ਸੋਡੀਅਮ ਦੇ ਉੱਤੇ ਹੋ ਸਕਦਾ ਇੱਕ ਪਲੱਸ ਚਾਰਜ, ਪੋਟਾਸ਼ੀਅਮ ਦੇ ਉੱਤੇ ਇੱਕ ਪਲੱਸ ਚਾਰਜ।
ਤੇ ਐਸਿਡਿਕ ਰੈਡੀਕਲ ਜਿਹੜੇ ਮੋਨੋਵੇਲੈਂਟ ਨੇ ਉਹਨਾਂ ਦੀਆਂ ਐਗਜ਼ਾਮਪਲਸ ਦੇ ਵਿੱਚ ਅਸੀਂ ਲਿਖ ਸਕਦੇ ਹਾਂ Cl ਮਾਈਨਸ ਮਤਲਬ ਕਲੋਰਾਈਡ, ਇਸੇ ਤਰ੍ਹਾਂ OH ਮਾਈਨਸ ਇਹਨੂੰ ਕਿਹਾ ਜਾਂਦਾ ਹਾਈਡਰੋਕਸਾਈਡ, ਇਸੇ ਤਰ੍ਹਾਂ Br ਮਾਈਨਸ ਬ੍ਰੋਮਾਈਡ। ਇਸੇ ਤਰ੍ਹਾਂ ਬੇਸਿਕ ਰੈਡੀਕਲ ਦੇ ਵਿੱਚ ਬਾਈਵੇਲੈਂਟ ਰੈਡੀਕਲ ਜਿਹੜਾ ਹੈ ਉਹ ਹੈਗਾ, ਉਹਦੀ ਐਗਜ਼ਾਮਪਲ ਮੈਗਨੀਸ਼ੀਅਮ, ਉਹਦੇ ਉੱਪਰ 2+ ਚਾਰਜ, ਜਿਸ ਕਰਕੇ 22 ਦਾ ਮਤਲਬ ਹੁੰਦਾ ਹੈ 2। ਇਸ ਕਰਕੇ ਸਾਰੀਆਂ ਐਗਜ਼ਾਮਪਲ ਦੇ ਵਿੱਚ ਜਾਂ ਇੱਧਰ ਬੇਸਿਕ ਰੈਡੀਕਲ ਵਾਲੀ ਸਾਈਡ +2 ਚਾਰਜ ਹੋਏਗਾ, ਐਸਿਡਿਕ ਰੈਡੀਕਲ ਵਾਲੀ ਸਾਈਡ -2 ਚਾਰਜ ਹੋਏਗਾ। ਮੈਗਨੀਸ਼ੀਅਮ 2+, Ca2+, ਇਹ ਕੈਲਸ਼ੀਅਮ ਹੋ ਗਈ, Fe2+, ਆਇਰਨ ਦੇ ਉੱਤੇ 2+ ਚਾਰਜ। ਐਸਿਡਿਕ ਰੈਡੀਕਲ ਜਿਨ੍ਹਾਂ ਦੇ ਉੱਪਰ 2- ਚਾਰਜ ਹੋਏ ਉਹਦੀ ਐਗਜ਼ਾਮਪਲ ਹੈ ਆਕਸਾਈਡ, ਸਲਫਾਈਡ, ਸਲਫੇਟ, SO4 2 ਨੈਗੇਟਿਵ ਨੂੰ ਸਲਫੇਟ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਟਰਾਈਵੇਲੈਂਟ ਦੇ ਵਿੱਚ ਐਲੂਮੀਨੀਅਮ ਦੇ ਉੱਪਰ 3+ ਚਾਰਜ, Fe ਦੇ ਉੱਪਰ 3+ ਚਾਰਜ, ਐਸਿਡਿਕ ਰੈਡੀਕਲ ਵਾਲੀ ਸਾਈਡ N ਦੇ ਉੱਪਰ 3- ਚਾਰਜ, PO4 ਦੇ ਉੱਪਰ 3-, ਇਹਨੂੰ ਫਾਸਫੇਟ ਆਇਨ ਕਹਿ ਦਿੰਦੇ हैं। ਟੈਟਰਾਵੇਲੈਂਟ ਵੀ ਹੋ ਸਕਦਾ ਬੇਸਿਕ ਰੈਡੀਕਲ। ਟੈਟਰਾਵੇਲੈਂਟ ਮਤਲਬ ਜਦੋਂ 4 ਚਾਰਜ ਹੋਏਗਾ, ਇਹਦੀ ਐਗਜ਼ਾਮਪਲ ਹੈ ਲੈਡ ਦੇ ਉੱਤੇ 4+ ਚਾਰਜ ਹੋਣਾ, ਜਾਂ ਫਿਰ SN ਹੁੰਦਾ ਟਿਨ, ਇਹਦੇ ਉੱਪਰ 4+ ਚਾਰਜ ਹੋਵੇ। ਇਸੇ ਤਰ੍ਹਾਂ ਐਸਿਡਿਕ ਰੈਡੀਕਲ ਦੇ ਵਿੱਚ ਟੈਟਰਾਵੇਲੈਂਟ ਜਿਹੜੇ ਰੈਡੀਕਲਸ ਨੇ ਉਹਨਾਂ ਦੇ ਵਿੱਚ ਕਾਰਬਾਈਡ ਹੈ, C ਦੇ ਉੱਤੇ 4- ਚਾਰਜ, ਜਾਂ ਫਿਰ ਫੈਰੋਸਾਈਨਾਈਡ ਆਇਨ FeCN6 4 ਨੈਗੇਟਿਵ।